ਸਮਦ੍ਰਿਸ਼ਟੀ। ਸਮਦ੍ਰਿਸ਼ਟੀ ਤੋਂ ਭਾਵ ਇੱਕੋ ਜਿਹੀ ਦ੍ਰਿਸ਼ਟੀ, ਸਭ ਨੂੰ ਇੱਕੋ ਹੀ ਨਜ਼ਰ ਨਾਲ ਵੇਖਣਾ। ਉੱਚਾ ਨੀਵਾਂ, ਅਮੀਰ ਗਰੀਬ, ਆਪਣਾ ਬੇਗਾਨਾ, ਦੋਸਤ ਦੁਸ਼ਮਣ, ਸਭ ਨਾਲ ਇੱਕੋ ਜਿਹਾ ਹੀ ਸਲੂਕ ਰੱਖਣਾ। ਰੱਬ ਦੀ ਜੋਤ ਨੂੰ ਸਭ ਵਿੱਚ ਬਰਾਬਰ ਹੋਣ ਕਰਕੇ ਸਭ ਵਿੱਚ ਅਕਾਲ ਪੁਰਖ ਦੀ ਜੋਤ ਸਮਝਦਿਆਂ ਉਹਨਾਂ ਨਾਲ ਪਿਆਰ ਕਰਨਾ। ਹਸਤ ਕੀਟ ਕੇ ਬੀਟ ਸਮਾਨਾ, ਰਾਵ ਰੰਕ ਜਹ ਇੱਕ ਸਰ ਜਾਨਾ। ਐਸਾ ਇੱਕ ਤੇਰਾ ਖੇਲ ਬਣਿਆ ਹੈ, ਸਭ ਮਹਿ ਏਕ ਸਮਾਨਾ। बैरी मीत होए सम्मान, सर्व मैं पूर्ण भगवान। भाव जो मन च परमेश्वर का नाम वसाउंदा है वो सबना विच ही भगवान नूं बराबर मौजूद देखता है। वो कीड़ी विच भी है ते हाथी विच भी। अकाल पुरख ते उसदे प्यारिਆਂ विच ही ये खूबी है कि वो राजा ते भिखारी नूं बराबर ही जाणदे हन। ਉਹਨਾਂ ਦੀ ਦੋਸਤ ਦੁਸ਼ਮਣ ਲਈ ਸਮਦ੍ਰਿਸ਼ਟੀ ਦੀ ਇੱਥੇ ਇੱਕ ਬੇਮਿਸਾਲ ਉਦਾਹਰਨ ਦੇਣੀ ਜ਼ਰੂਰ ਢੁਕਵੀਂ ਹੋਵੇਗੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਇੱਕ ਨਜ਼ਦੀਕੀ ਪਿਆਰੇ ਸਿੱਖ ਭਾਈ ਕਨ੍ਹਈਆ ਜੀ ਜੰਗ ਦੇ ਸਮੇਂ ਗੁਰੂ ਸਾਹਿਬ ਉੱਪਰ ਹਮਲਾ ਕਰਨ ਵਾਲੀ ਮੁਗਲ ਫੌਜ ਦੇ ਸਿਪਾਹੀਆਂ ਨੂੰ ਵਰ ਦੀਆਂ ਗੋਲੀਆਂ 'ਚ ਜਾ ਕੇ ਵੀ ਪਾਣੀ ਪਿਆਲਦੇ ਸਨ। ਸਿੰਘਾਂ ਵੱਲੋਂ ਸਤਿਗੁਰਾਂ ਨੂੰ ਸ਼ਿਕਾਇਤ ਕੀਤੀ ਗਈ ਕਿ ਹਜ਼ੂਰ, ਅਸੀਂ ਜਾਨ ਜੋਖਮ 'ਚ ਪਾ ਕੇ ਜ਼ਖਮ ਖਾ ਕੇ ਵੀ ਮੁਗਲਾਂ ਨੂੰ ਮਾਰ ਭਜਾਉਂਦੇ ਹਾਂ, ਪਰ ਇਹ ਉਹਨਾਂ ਨੂੰ ਪਾਣੀ ਪਿਲਾ ਸੁਚੇਤ ਸਾਵਧਾਨ ਕਰ ਦਿੰਦੇ ਹਨ। ਸਾਹਿਬ ਨੇ ਜਦੋਂ ਇਸ ਤਰ੍ਹਾਂ ਕਰਨ ਦੀ ਵਜ੍ਹਾ ਪੁੱਛੀ ਤਾਂ ਭਾਈ ਸਾਹਿਬ ਦਾ ਉੱਤਰ ਕਮਾਲ ਦਾ ਸੀ। ਆਪ ਨੇ ਕਿਹਾ, ਸੱਚੇ ਪਾਤਸ਼ਾਹ, ਕੀ ਮੁਗਲ ਤੇ ਕੀ ਸਿੰਘ, ਮੈਨੂੰ ਤਾਂ ਜੰਗ ਵਿੱਚ ਸਿਵਾਏ ਆਪ ਦੇ ਹੋਰ ਕੋਈ ਨਜ਼ਰ ਹੀ ਨਹੀਂ ਆਇਆ। ਮਾਰਨ ਵਾਲੇ ਤੇ ਜ਼ਖਮੀਆਂ ਸਭ 'ਚ ਆਪ ਦੀ ਹੀ ਤਾਂ ਜੋਤ ਹੈ। ਮੈਂ ਹੁਣੇ ਤੁਹਾਨੂੰ ਹੀ ਪਾਣੀ ਪਿਲਾ ਕੇ ਆਇਆ। ਸਾਹਿਬ ਨੇ ਨਿਹਾਲ ਹੋ ਕੇ ਆਪਣੀ ਜੇਬ 'ਚੋਂ ਮਲਮ ਪੱਟੀ ਦੇ ਕੇ ਆਖਿਆ, ਜਿੱਥੇ ਤੁਸੀਂ ਮੈਨੂੰ ਜ਼ਖਮੀ ਹੋਏ ਨੂੰ ਪਾਣੀ ਪਿਆਲਦੇ ਹੋ, ਉੱਥੇ ਮੇਰੇ ਜ਼ਖਮਾਂ 'ਤੇ ਮਲਮ ਪੱਟੀ ਵੀ ਕਰ ਦਿਆ ਕਰੋ। ਇਹ ਹੈ ਵਾਰਤਾ ਗੁਰੂ ਤੇ ਗੁਰੂ ਦੇ ਪਿਆਰਿਆਂ ਦੀ ਵੈਰੀ ਹਮਲਾਵਰ ਵੈਰੀ ਲਈ ਸਮਦ੍ਰਿਸ਼ਟੀ। ਨਿੰਦਾ ਤੇ ਨੁਕਤਾਚੀਨੀ ਤੋਂ ਮਨਾਹੀ। ਨਿੰਦਾ ਭਲੀ ਕਿਸੈ ਕੀ ਨਾਹੀ, ਮਨਮੁਖ ਮੁਗਧ ਕਰਨ। ਮੂੰਹ ਕਾਲੇ ਤਿੰਨ ਨਿੰਦਕਾਂ, ਨਰਕੇ ਘੋਰ ਪਵਨ। ਗੁਰਮਤਿ ਵਿੱਚ ਕਿਸੇ ਦੀ ਵੀ ਨਿੰਦਾ ਕਰਨ ਦੀ ਸਖਤ ਮਨਾਹੀ ਹੈ। ਇਸ ਨੂੰ ਘੋਰ ਪਾਪ ਮੰਨਿਆ ਗਿਆ ਹੈ। ਨਿੰਦਕਾਂ ਨੂੰ ਨਰਕਵਾਸ ਮਿਲਦਾ ਹੈ, ਜਿੱਥੇ ਉਹਨਾਂ ਦਾ ਮੂੰਹ ਕਾਲਾ ਹੁੰਦਾ ਹੈ। ਨਿੰਦਾ ਹਮੇਸ਼ਾ ਹੰਕਾਰ ਤੇ ਨਫ਼ਰਤ ਵਿੱਚੋਂ ਨਿਕਲਦੀ ਹੈ। ਇਸ ਤੋਂ ਹੀ ਅਗਾਂਹ ਈਰਖਾ, ਵੈਰ ਵਿਰੋਧ ਤੇ ਝਗੜੇ ਜਨਮ ਲੈਂਦੇ ਹਨ। ਗੁਰਸਿੱਖ ਬੁਰੇ ਲੋਕਾਂ ਦੀ ਨਿੰਦਾ ਨਹੀਂ ਕਰਦੇ, ਬਲਕਿ ਬੁਰਾਈ ਦਾ ਵਿਰੋਧ ਕਰਦੇ ਹਨ। ਉਹਨਾਂ ਦਾ ਮਕਸਦ ਬੁਰਿਆਂ ਨੂੰ ਨੀਚਾ ਦਿਖਾਉਣਾ ਬਿਲਕੁਲ ਨਹੀਂ ਹੁੰਦਾ, ਸਗੋਂ ਉਹ ਪਾਪੀਆਂ ਦੇ ਪਾਪਾਂ ਦੇ ਵਿਰੋਧ 'ਚ ਹੁੰਦੇ ਹਨ। ਇਸ ਤਰ੍ਹਾਂ ਧਾਰਮਿਕ ਨੁਕਤਾਚੀਨੀ ਤੇ ਫਿਰਕਾ ਬਹਿਸਬਾਜ਼ੀ ਤੋਂ ਮਨਾਹੀ ਦਾ ਹੁਕਮ ਹੈ। ਬਾਦ ਵਿਵਾਦ ਕਾਹੂ ਸਿਉ ਨਾ ਕੀਜੈ, ਰਸਨਾ ਰਾਮ ਰਸਾਇਣ ਪੀਜੈ। ਮੰਦਾ ਕਿਸੈ ਨਾ ਆਖ, ਝਗੜਾ ਪਾਵਣਾ। ਔਖਦ ਸਭੇ ਕੀਤਿਅਨ, ਨਿੰਦਕ ਕਾ ਦਾਰੂ ਨਾਹੀ। ਮੰਦਾ ਕਿਸੈ ਨਾ ਆਖੀਐ, ਪੜ ਅੱਖਰ ਇਹੋ ਬੁੱਝੀਐ। ਮੂਰਖੈ ਨਾਲ ਨਾ ਲੁੱਝੀਐ। ਗੁਰਬਾਣੀ ਕਿਸੇ ਨੂੰ ਬੁਰਾ ਆਖਣ ਤੋਂ ਵਰਜਦੀ ਹੈ, ਕਿਉਂਕਿ ਬਹੁਤ ਹੀ ਸਪਸ਼ਟ ਹੈ ਬਾਣੀ ਵਿੱਚ ਕਿ ਬਾਕੀ ਸਭ ਬੁਰਾਈਆਂ ਦਾ ਇਲਾਜ ਹੈ, ਪਰ ਨਿੰਦਾ ਦਾ ਇਲਾਜ ਹੈ ਹੀ ਨਹੀਂ। ਇਹ ਇੰਨੀ ਬੁਰੀ ਆਦਤ ਹੈ, ਪਰ ਇਸ ਨੂੰ ਇਤਨੀ ਲਾਪਰਵਾਹੀ ਤੇ ਸਹਿਜ ਨਾਲ ਲਿਆ ਜਾਂਦਾ ਹੈ, ਬਲਕਿ ਅਸੀਂ ਤਾਂ ਚਸਕੇ ਲੈ ਕੇ ਨਿੰਦਾ ਕਰਦੇ ਹਾਂ। ਨਿੰਦਾ ਦਾ ਇਲਾਜ ਬਸ ਨਿੰਦਾ ਤੋਂ ਪਰਹੇਜ਼ ਹੀ ਹੈ। ਇਸ ਪ੍ਰਤੀ ਸਾਵਧਾਨ ਹੋ ਕੇ ਤੁਰੰਤ ਇਹਨੂੰ ਛੱਡ ਦੇਣਾ ਚਾਹੀਦਾ ਹੈ। ਛੱਡਦਿਆਂ ਸਾਰ ਹੀ ਇਨਸਾਨ ਦੀਆਂ ਸਭ ਫਿਕਰ ਚਿੰਤਾਵਾਂ ਖਤਮ ਹੋ ਜਾਂਦੀਆਂ ਹਨ। ਗੁਰਵਾਕ ਹੈ, ਪ੍ਰਥਮੇ ਛੋਡੀ ਪਰਾਈ ਨਿੰਦਾ, ਉਤਰ ਗਈ ਸਭ ਮਨ ਕੀ ਚਿੰਦਾ।
निंदा करनी तो दूर, सुनने की भी मनाही की गई है। उपदेश है, करन ना सुनै काहू की निंदा, सब ते जाने आपस को मंदा। इसका मानसिक असर निंदा सुनने वाले ते ये हुंदा है कि वो जिसकी बुराई हो रही हुंदी है उस तो अपने आप को चंगा समझण लग जाता है। इस नाल मन च हंकार पैदा हुंदा है। ईरखा जां साड़ा भी एक बुरी आदत है। ईरखा करन वाला दूजियां दी सफलता वेख के दुखी हुंदा है अते अपनी तरक्की वाल ध्यान देण दी बजाय सारी तवज्जो उस पासे ला दिंदा है। इस तरह दूजियां दा बुरा सोचण वाले दा अपना भी भला नहीं हुंदा। गुरवाक है, जिस अंदर तात पराई होवै, तिसदा कदे ना होवी भला। परोपकार। परोपकार तो भाव निजी स्वार्थ तो उपर उठ के पराया भला करना है। हर सिख दी हर अरदास सरबत दा भला मंगदी है। सिख सिर्फ सरबत दा भला चाहुंदे ही नहीं, करते भी हैं। वंड सकण दा सिद्धांत भी परोपकारी सोच विचों ही निकलिया है। गुरसिखां दे निष्काम परोपकारां बारे तां सब संसार ही जानदा है। मुसीबतां, बीमारियां ते होर कुदरती आफतां समय पीड़ित लोकां दी हर तरह नाल सिख मदद करते आए हैं, क्योंकि उन्हां नूं हुक्म है, मिथ्या तन नहीं परोपकारा। भाव फजूल ते झूठा है वो शरीर जिसने पराया भला नहीं किया। बस इसे हुक्म नूं मुख रख के ही तां वो गुरु प्यारे। परोपकार नित चितवते, ना ही कछ पोच। भाव वो रोज़ दूजियां दा भला चाहुंदे हन, ना ही उन्हां नूं किसे विखावे जां वाह वाह खट्टण दी लालसा है। ओए पुरख पुराणी धन जन है, उपदेश करें परोपकारिया। गुरु साहब फरमाउंदे हन कि वो गुरसिख भगत धन हन जो दूसरियां दे भले लई उन्हां नूं अच्छी सिक्ख्या दिंदे हन। बेगाने तां बेगाने, सिੱਖੀ ਵਿੱਚ ਤਾਂ ਦੁਸ਼ਮਣਾਂ ਦਾ ਵੀ ਭਲਾ ਕਰਨ 'ਤੇ ਬਹੁਤ ਜ਼ੋਰ ਦਿੱਤਾ ਗਿਆ ਹੈ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ। ਦੇਹੀ ਰੋਗ ਨਾ ਲੱਗਈ, ਪੱਲੇ ਸਭ ਕਿਛ ਪਾਏ। ਨਿਮਰਤਾ ਤੇ ਮਿਠਾਸ। सारे गुणों का जो निचोड़ है उसनों निमरता आखते हैं। मिठत नीवी नानका, गुण चंगियाइयां तत। निमरता तो भाव वो भावना या नज़रिया है जिस विच इंसान सिर्फ दूजियां दियां खूबियां ते अपनियां कमियां देखता है। इस तरह वो अपने आप नूं दूजियां तो घट समझदा है ਅਤੇ ਦੂਸਰਿਆਂ ਨੂੰ ਆਪਣੇ ਤੋਂ ਬਿਹਤਰ ਜਾਂ ਅੱਛਾ ਸਮਝਦਾ ਹੈ, ਜਿਸ ਦੇ ਫਲਸਰੂਪ ਜਾਂ ਸਿੱਟੇ ਵਜੋਂ ਉਹ ਆਪਣੀਆਂ ਕਮੀਆਂ ਦੂਰ ਕਰਨ ਲਈ ਤੇ ਦੂਜਿਆਂ ਦੇ ਗੁਣ ਅਪਣਾਉਣ ਲਈ ਯਤਨਸ਼ੀਲ ਰਹਿੰਦਾ ਹੈ। ਇਹ ਇੱਕ ਐਸਾ ਚੁੰਬਕੀ ਗੁਣ ਹੈ ਜੋ ਬਾਕੀ ਸਭ ਗੁਣਾਂ ਨੂੰ ਆਪਣੇ ਵੱਲ ਖਿੱਚ ਲੈਂਦਾ ਹੈ। ਇਨਸਾਨ ਆਪਣੇ ਆਪ ਨੂੰ ਸੰਪੂਰਨ ਜਾਂ ਪਰਫੈਕਟ ਸਮਝਣ ਦੀ ਬਜਾਏ ਹੋਰ ਗੁਣਾਂ ਨੂੰ ਅਪਣਾਉਣ ਦੀ ਕੋਸ਼ਿਸ਼ 'ਚ ਲੱਗਾ ਰਹਿੰਦਾ ਹੈ। ਹੰਕਾਰ इंसान के गुणों से पर्दा पाउंदा है, जद कि निमरता बंदे दियां सब गलतियां ते कमियां नूं ढक दिंदी है। हंकारी जां आकड़खोर सुभाव वाले नूं सब नापसंद करते हैं, पर निमरता ते प्यार वाले नूं पसंद किया जाता है। निमरता विच एक होर खासियत है, वो है मिठास जां मिठा बोलना। मिठास ते निमरता दोनों एक ही चीज़ हैं, ਜਾਂ कह लो एक सिक्के दे ही दो पासे हैं। जिथे निमरता होएगी उत्थे ही मिठा सलूक हो सकता है, ते मिठ बोलना उही बन सकता है जिस दे दिल च निमरता होएगी। गुरसिखां दी तां ख्वाहिश ही हुंदी है, सब की रेन होए रहे मनुआ, सगले दी सहमीत प्यारे। भाव मेरा मन सबना दी चरण धूड़ बनिया है,
ਸਾਰੇ ਹੀ ਮੈਨੂੰ ਆਪਣੇ ਮਿੱਤਰ ਪਿਆਰੇ ਲੱਗਦੇ ਹਨ। ਸਿੱਖ ਗੁਰੂ ਸਾਹਿਬਾਨ ਦੇ ਜੀਵਨ ਵਿੱਚ ਤੇ ਲਫ਼ਜ਼ਾਂ ਵਿੱਚ ਨਿਮਰਤਾ ਬਹੁਤ ਦੇਖਣ ਚਾਹੀ ਹੈ। ਆਪ ਦੀਆਂ ਸਿੱਖਿਆਵਾਂ ਵਿੱਚ ਮਨ ਨੀਵਾਂ ਰੱਖਣ ਤੇ ਬਹੁਤ ਜ਼ੋਰ ਦਿੱਤਾ ਗਿਆ ਹੈ। ਇਸ ਦਾ ਇੰਨਾ ਮਹੱਤਵ ਕਿਉਂ ਦਿੱਤਾ ਗਿਆ ਹੈ? ਪਹਿਲੀ ਵਜ੍ਹਾ ਇਹ ਕਿ ਅਨੇਕਾਂ ਚੰਗੇ ਕੰਮ, ਲੱਖਾਂ ਨੇਕੀਆਂ, ਦਾਨ ਪੁੰਨ, ਭਗਤੀ ਕਰਕੇ ਜੇ ਮਨੁੱਖ ਹੰਕਾਰ ਕਰਦਾ ਹੈ ਤਾਂ ਬਿਨਾਂ ਫਲ ਦੇ ਸਭ ਨਸ਼ਟ ਹੋ ਜਾਂਦੇ ਹਨ। ਗੁਰਵਾਕ ਹੈ, ਤੀਰਥ ਵਰਤ ਅਰਦਾਨ ਕਰ, ਮਨ ਮੈਂ ਧਰੈ ਗੁਮਾਨ, ਨਾਨਕ ਨੇ ਫਲ ਜਾਤ ਤੇ ਜਿਉ ਕੁੰਚਰ ਇਸ਼ਨਾਨ। ਦੂਸਰਾ ਸਭ ਤੋਂ ਮੁੱਖ ਕਾਰਨ ਨਿਮਰਤਾ ਧਾਰਨ ਲਈ ਜ਼ਰੂਰੀ ਇਹ ਹੈ ਕਿ ਹਉਮੈ ਜਾਂ ਆਕੜ ਨਾਲ ਹਮੇਸ਼ਾ ਗੁੱਸਾ ਪੈਦਾ ਹੁੰਦਾ ਹੈ ਅਤੇ ਗੁੱਸੇ ਕਾਰਨ ਬੋਲ ਕਬੋਲ ਭਾਵ ਰੁੱਖਾ ਜਾਂ ਖਰਵਾ ਬੋਲਿਆ ਜਾਂਦਾ ਹੈ, ਜਿਸ ਕਾਰਨ ਦੂਜਿਆਂ ਦਾ ਦਿਲ ਦੁਖਦਾ ਹੈ। ਗੁਰਮਤਿ ਵਿੱਚ ਕਿਸੇ ਦਾ ਵੀ ਦਿਲ ਦੁਖਾਉਣਾ ਬਹੁਤ ਵੱਡਾ ਗੁਨਾਹ ਮੰਨਿਆ ਗਿਆ ਹੈ। ਗੁਰਬਾਣੀ ਦੀ ਪਹਿਲੀ ਸ਼ਰਤ ਹੀ ਇਹ ਹੈ ਕਿ ਜੇ ਤਾਂ ਪਿਰੀਆਂ ਦੀ ਸਿੱਖ ਹਿਆਵ ਨਾ ਠਾਹੇ ਕਹੀਦਾ ਭਾਵ, ਜੇ ਤੂੰ ਰੱਬ ਨੂੰ ਮਿਲਣ ਦੀ ਤੜਫ ਰੱਖਦਾ ਹੈ ਤਾਂ ਰੁੱਖਾ ਬੋਲ ਕੇ ਕਿਸੇ ਦਾ ਦਿਲ ਨਾ ਦੁਖਾਵੀਂ, ਕਿਉਂਕਿ ਸੱਚਾ ਸਾਹਿਬ ਰੱਬ ਸਭਨਾਂ ਦੇ ਦਿਲਾਂ 'ਚ ਵਸਦਾ ਹੈ। ਤੀਸਰਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਨਿਮਰਤਾ ਐਸਾ ਹਥਿਆਰ ਜਾਂ ਸੁਰੱਖਿਆ ਕਵਚ ਹੈ ਕਿ ਇਸ ਨੂੰ ਧਾਰਨ ਕਰਨ ਵਾਲੇ ਉੱਪਰ ਕੋਈ ਬੁਰਾ ਖਿਆਲ ਅਸਰ ਨਹੀਂ ਕਰਦਾ, ਇਸ ਲਈ ਉਸ ਤੋਂ ਕੋਈ ਪਾਪ ਨਹੀਂ ਹੁੰਦਾ। ਹਜ਼ੂਰ ਫਰਮਾਉਂਦੇ ਹਨ, ਸੈਨਾ ਸਾਧ ਸਮੂਹ ਸੂਰ ਅਜਿਤੰ ਸੰਨਾਹੰ ਤਨ ਨਿਮਰਤਾ। ਸੋ ਇਸ ਤਰ੍ਹਾਂ ਗੁਰਬਾਣੀ ਅਸਲ ਵਿੱਚ ਰਤਨਾ ਖਾਣੀ ਹੈ ਤੇ ਗੁਰਮਤਿ ਗੁਣ ਇਸ ਭੰਡਾਰੇ ਦੇ ਅਮੁੱਕ ਰਤਨ। ਹੀਰੇ ਲਾਲਾਂ ਦੀ ਪ੍ਰਾਪਤੀ ਦੀ ਇੱਕੋ ਇੱਕ ਹੱਟੀ ਸ੍ਰੀ ਗੁਰੂ ਗ੍ਰੰਥ ਸਾਹਿਬ ਹਨ ਤੇ ਕੇਵਲ ਇੱਕੋ ਹੀ ਤਰੀਕਾ ਹੈ ਕਿ ਬਸ ਬਾਣੀ ਗੁਰਬਾਣੀ ਲੱਗੇ ਰਹੋ। ਸੋ ਜੋ ਗੁਣ ਅਸੀਂ ਹੁਣੇ ਵਿਚਾਰੇ ਹਨ, ਨਿਮਰਤਾ, ਮਿਠਾਸ, ਪਰਉਪਕਾਰ, ਧਰਮ ਦੀ ਕਿਰਤ, ਸਮਦ੍ਰਿਸ਼ਟੀ, ਮਿੱਤਰਤਾ, ਦਸਵੰਧ ਆਦਿ ਨੂੰ ਅਪਣਾਉਣ ਦਾ ਅੱਜ ਤੋਂ ਹੀ ਮਨ ਬਣਾਈਏ ਅਤੇ ਹਮੇਸ਼ਾ ਲਈ ਕੁਸੰਗਤ, ਧੋਖਾ, ਫਰੇਬ, ਜਾਤ ਪਾਤ, ਨਿੰਦਾ, ਈਰਖਾ, ਵਾਦ ਵਿਵਾਦ, ਝੂਠ ਤੋਂ ਬਹੁਤ ਦੂਰ ਹੋਣ ਦਾ ਪੱਕਾ ਫੈਸਲਾ ਲਈਏ। ਗੁਰੂ ਸਾਹਿਬ ਸਾਡੇ ਅੰਗ ਸੰਗ ਹੋ ਕੇ ਇਸ ਸ਼ੁਭ ਕੰਮ ਵਿੱਚ ਮਦਦਗਾਰ ਹੋਣਗੇ। ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਅਤੇ ਅਪਡੇਟਸ ਲਈ ਸਾਡਾ YouTube ਚੈਨਲ ਗੁਰਮਤਿ ਖਜ਼ਾਨਾ ਸਬਸਕ੍ਰਾਈਬ ਕਰੋ ਜੀ। ਕਿਰਪਾ ਕਰਕੇ ਆਪਣੇ ਦੋਸਤਾਂ, ਮਿੱਤਰਾਂ ਤੇ ਪਰਿਵਾਰ ਨਾਲ ਇਹ ਗੁਰਮਤਿ ਵੀਡੀਓ ਸ਼ੇਅਰ ਕਰਨਾ ਨਾ ਭੁੱਲਣਾ। ਧੰਨਵਾਦ।